सो ਆਪਾਂ ਆਪਣਾ ਸੈਸ਼ਨ ਜਿਹੜਾ ਕੰਟੀਨਿਊ ਕਰਦੇ ਆ ਤੇ ਮੈਂ ਤੁਹਾਡਾ ਹੁਣ ਬਹੁਤ ਹੀ ਜਿਹੜਾ ਘੱਟ ਟਾਈਮ ਲੈਣਾ ਹੈਗਾ ਆ। ਆਪਾਂ ਹੋਰ ਜਿਹੜਾ ਹਰ ਇੱਕ ਦਾ ਵਕਤ ਕੀਮਤੀ ਹੈਗਾ ਆ ਤੇ ਤੁਹਾਡਾ ਵੀ ਵਕਤ ਬਹੁਤ ਕੀਮਤੀ ਆ, ਸਾਡਾ ਵੀ ਬਹੁਤ ਕੀਮਤੀ ਆ। ਲੇਕਿਨ ਇਹਨਾਂ ਕੀਮਤੀ ਵਕਤਾਂ ਦੇ ਵਿੱਚੋਂ ਹੀ, ਇਹਨਾਂ ਕੀਮਤੀ ਸਮੇਂ ਦੇ ਵਿੱਚ ਹੀ ਸਾਨੂੰ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਸਹੀ ਕਰਨਾ, ਹੈਲਦੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਸੋ ਮੈਂ पीना तो पता नहीं खाता। सॉरी। ਤੇ ਆਪਾਂ ਕੰਟੀਨਿਊ ਕਰਦੇ ਆ ਕਿ ਜਿਵੇਂ ਕਿ ਮੈਂ ਆਲਰੇਡੀ ਦੱਸ ਰਹੀ ਸੀ, ਆਲਰੇਡੀ ਤੁਹਾਨੂੰ ਬਹੁਤ ਜ਼ਿਆਦਾ ਇਨਸਪੀਰੇਸ਼ਨ ਵਾਲੀਆਂ ਚੀਜ਼ਾਂ ਦੱਸੀਆਂ ਹੈਗੀਆਂ, ਕਿਵੇਂ ਤੁਸੀਂ ਇਨਸਪਾਇਰ ਹੋ ਸਕਦੇ ਹੋ, ਕਿਵੇਂ ਮੋਟੀਵੇਟ ਹੋ ਸਕਦੇ ਹੋ। ਔਰ ਖੁਦ ਦੇ ਐਕਸਪੀਰੀਅੰਸ ਨਾਲ ਮੈਂ ਇਸ ਕਰਕੇ ਇਹ ਚੀਜ਼ਾਂ ਦੱਸ ਰਹੀ ਹੈਗੀਆਂ ਸੋ ਦੈਟ ਜਿਹੜੀਆਂ ਤੁਹਾਨੂੰ ਤੁਸੀਂ ਖੁਦ ਦੇਖੋ ਕਿ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਮੈਂ ਰਿਕਵਰ ਕਰਕੇ ਤੁਹਾਡੇ ਸਾਹਮਣੇ ਰੂਬਰੂ ਹੋਈ ਆ, ਤੁਹਾਡੇ ਸਾਹਮਣੇ ਬੈਠੀ ਆ ਔਰ ਬਿਲਕੁਲ ਜਿਹੜੀ ਹੈਲਦੀ ਬੈਠੀ ਆ। ਅੱਜ ਤੋਂ ਪਹਿਲਾਂ ਮੈਂ ਇੰਨਾ ਹੈਲਦੀ ਆਪਣੇ ਆਪ ਨੂੰ ਕਦੀ ਮਹਿਸੂਸ ਨਹੀਂ ਕੀਤਾ ਬਿਕੋਜ਼ ਆਫ ਦੈਟ ਕਿ ਕਿਉਂਕਿ ਇੰਨੀਆਂ ਸਾਰੀਆਂ ਜਿਹੜੀਆਂ ਆਪਾਂ ਆਦੀ ਹੁੰਨੇ ਆ, ਜਿਵੇਂ ਕਿ ਤੁਹਾਨੂੰ ਦੱਸ ਚੁੱਕੀ ਆ ਕਿ ਬਹੁਤ ਸਾਰੇ ਪੈਕੇਜ ਫੂਡ, ਪ੍ਰੋਸੈਸ ਫੂਡ ਖਾਣ ਦੇ। ਸੋ ਉਹਨਾਂ ਦੇ ਬਿਹਾਫ ਤੇ ਆਪਾਂ ਕਦੀ ਵੀ ਹੈਲਦੀ ਨਹੀਂ ਹੋ ਸਕਦੇ। ਤੁਸੀਂ ਹੈਲਦੀ ਕਿੱਦਾਂ ਹੋ ਸਕਦੇ ਆ, ਮੈਂ ਆਲਰੇਡੀ ਤੁਹਾਨੂੰ ਬਹੁਤ ਸਾਰੇ ਜਿਹੜੇ ਉਹਦੇ ਮੰਤਰ ਹੈਗੇ ਆ, ਸੀਕ੍ਰੇਟਸ ਹੈਗੇ ਆ, ਉਹ ਦਿੱਤੇ ਹੈਗੇ ਆ। ਨੈਚੁਰੋਪੈਥੀ ਨੂੰ ਸਮਝਾਉਣ ਦਾ ਮੇਰਾ ਮਕਸਦ ਸਭ ਤੋਂ ਵੱਡਾ ਅੱਜ ਦਾ ਇਹੀ ਸੀਗਾ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਰੈਗੂਲਰਾਈਜ਼ ਕਰਦੇ ਹੋ ਆਪਣੇ ਜਿਹੜੇ ਲਾਈਫ ਸਟਾਈਲ ਦੇ ਵਿੱਚ, ਤਾਂ ਬਹੁਤ ਜਲਦੀ ਤੁਸੀਂ ਆਪਣੀਆਂ ਢੇਰ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਆ ਤੁਸੀਂ ਬਿਲਕੁਲ ਜਿਹੜਾ ਨਿਜਾਤ ਪਾ ਲੂਗੇ। ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਤੁਸੀਂ ਸੋਚਦੇ ਆ ਕਿ ਆਪਾਂ ਇਹਨੂੰ ਰੈਗੂਲਰਾਈਜ਼ ਕਿੱਦਾਂ ਕਰੀਏ। ਆਪਾਂ ਡਾਈਟ ਵੀ ਬਣਾ ਰਹੇ ਆ, ਆਪਣੀ ਪ੍ਰੋਬਲਮਸ ਵੀ ਸ਼ੇਅਰ ਕੀਤੀਆਂ, ਪੈਸੇ ਵੀ ਖਰਚ ਕੀਤੇ। ਬਾਰ-ਬਾਰ ਮੈਂ ਇਹ ਚੀਜ਼ਾਂ ਇਸ ਕਰਕੇ ਦੁਹਰਾਨੀ ਆ ਕਿਉਂਕਿ ਅੱਜ ਕੱਲ ਦਾ ਸਭ ਤੋਂ ਵੱਡਾ ਮਸਲਾ ਇਹੀ ਆ ਕਿ ਆਪਾਂ ਔਰ ਚੀਜ਼ਾਂ ਵੀ ਮਹਿੰਗੀਆਂ, ਪਿਓਰ ਤਾਂ ਹੈ ਲੇਕਿਨ ਸਾਨੂੰ ਮਹਿੰਗਾਈ ਵੀ ਉਨੀ ਆ। ਉਸ ਚੀਜ਼ 'ਚ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਪੈਸੇ ਖਰਚ ਕਰ ਰਹੇ ਹਾਂ, ਫਿਰ ਇਹ ਪ੍ਰੋਬਲਮ ਸਾਡੀਆਂ ਕਿਉਂ ਕਿਉਰ ਨਹੀਂ ਹੁੰਦੀਆਂ। ਇਸ ਕਰਕੇ ਮੈਂ ਬਾਰ-ਬਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਕਰ ਰਹੀ ਹਾਂ ਕਿ ਅਗਰ ਇਹ ਚੀਜ਼ਾਂ ਤੁਹਾਨੂੰ ਏਦਾਂ ਦੀਆਂ ਹੈ ਪ੍ਰੋਬਲਮ ਜਾਂ ਲੱਗਦੀ ਆ ਤਾਂ ਕਿਵੇਂ ਇਹਨੂੰ ਠੀਕ ਕਰ ਸਕਦੇ ਆ। ਆਪਣੀ ਜਿਹੜੀ ਡੇਲੀ ਰੂਟੀਨ ਆ, ਸਭ ਤੋਂ ਪਹਿਲਾਂ ਮਾਰਨਿੰਗ ਉੱਠੋ, ਯੋਗਾ ਕਰੋ, ਥੋੜੀ ਐਕਸਰਸਾਈਜ਼ ਕਰੋ। ਯੋਗਾ ਦੇ ਵਿੱਚ ਬਰੀਦਿੰਗ ਐਕਸਰਸਾਈਜ਼ਸ ਵੀ ਆਉਂਦੀਆਂ ਹੈਗੀਆਂ, ਕਪਾਲਭਾਤੀ, ਓਮ ਵਿਲੋਮ ਸਭ ਕੁਛ ਆਉਂਦਾ, ਬ੍ਰਾਹਮਰੀ ਆਉਂਦੀ ਹੈਗੀ ਆ। ਇਹ ਚੀਜ਼ਾਂ ਨੂੰ ਰੈਗੂਲਰਾਈਜ਼ ਕਰੋ, ਠੀਕ ਹੈ, ਜ਼ਰੂਰ ਕਰੋ। 5-5 ਮਿੰਟ ਤੋਂ ਸ਼ੁਰੂਆਤ ਕਰੋ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਕਿ ਬ੍ਰੇਕਫਾਸਟ ਦੇ ਵਿੱਚ ਅਗਰ ਤੁਸੀਂ ਜਾਂ ਕੁਛ ਜਿਹੜੀ ਚਾਹ ਆ, ਚਾਹ ਨੂੰ ਰਿਪਲੇਸ ਕਰੋ ਹਰਬਲ ਟੀ ਦੇ ਨਾਲ। ਹਰਬਲ ਟੀ ਮੈਂ ਤੁਹਾਨੂੰ ਦੱਸ ਚੁੱਕੀ ਆ, ਤੁਸੀਂ ਹਲਦੀ ਦੀ ਪੀ ਸਕਦੇ ਹੋ, ਜਵੈਨ ਦੀ ਪੀ ਸਕਦੇ ਹੋ, ਠੀਕ ਹੈ, ਜਾਂ ਤੁਹਾਡੇ ਘਰਾਂ 'ਚ ਤੁਲਸੀ ਲੱਗੀ ਹੋਈ ਆ ਉਹਨਾਂ ਦੀ ਪੀ ਸਕਦੇ ਹੋ। ਇਹ ਚੀਜ਼ਾਂ ਬਿਲਕੁਲ ਨਾਰਮਲ ਆ ਜਿਨ੍ਹਾਂ ਨੂੰ ਕੁਛ ਨਹੀਂ ਹੈਗਾ, ਜਿਹੜਾ ਇੱਕ ਹੈਲਦੀ ਲਾਈਫ ਸਟਾਈਲ ਵੈਸੇ ਹੀ ਰੱਖਣਾ ਚਾਹੁੰਦੇ ਆ। ਜਿਨ੍ਹਾਂ ਨੂੰ ਇੱਕ ਮਾਈਨਰ ਜਿਹੀ ਪ੍ਰੋਬਲਮ ਆ ਬਲੱਡ ਪ੍ਰੈਸ਼ਰ ਦੀ ਜਾਂ ਪੇਟ 'ਚ ਐਸਿਡ ਬਣ ਜਾਂਦਾ ਹੈਗਾ ਆ, ਉਹਨਾਂ ਨੂੰ ਮੈਂ ਦੱਸ ਰਹੀ ਹਾਂ ਰੂਟੀਨ। ਉਸ ਤੋਂ ਬਾਅਦ ਬ੍ਰੇਕਫਾਸਟ ਦੇ ਵਿੱਚ ਫਰੂਟ ਨੂੰ ਸ਼ੁਰੂਆਤ ਕਰੋ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜਾ ਇਹ ਤਾਂ ਹਰ ਇੰਟਰਵਿਊ, ਹਰ ਸੈਸ਼ਨ ਦੇ ਵਿੱਚ ਹਰ ਵਾਰ ਦੱਸੀਦਾ ਆ ਕਿ 12 ਵਜੇ ਤੱਕ ਜਿਹੜਾ ਆ ਰੈਗੂਲਰ ਜਿਹੜਾ ਆ ਫਰੂਟ ਲਓ। ਉਸ ਤੋਂ ਬਾਅਦ ਜੇ ਲੰਚ ਦੇ ਵਿੱਚ ਤੁਸੀਂ ਦਾਲ ਸਬਜ਼ੀ ਆਪਣੀ ਪ੍ਰੋਪਰ ਲਓ। ਜਿਨ੍ਹਾਂ ਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਦਿਨ ਦੇ ਵਿੱਚ 3 ਟਾਈਮ ਜਿਹੜੇ ਆ ਉਹ ਦਾਲ ਜ਼ਰੂਰ ਖਾਣ, ਠੀਕ ਹੈ, ਸਪਰਾਊਟਸ ਜ਼ਰੂਰ ਖਾਣ। ਫਿਰ ਇਹਦੇ ਵਿੱਚ ਆ ਜਾਂਦਾ ਕਿ ਰੋਟੀ ਤੋਂ ਪਹਿਲਾਂ ਡਾਕਟਰ ਵਿਸ਼ਵਰੂਪ ਰॉय ਚੌਧਰੀ ਜੀ ਨੇ ਵੀ ਦੱਸਿਆ ਹੈਗਾ ਆ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਸੈਲਡ ਦੀ ਥਾਲੀ ਰੱਖੋ, ਇੱਕ ਆਪਣੀ ਜਿਹੜੀ ਆ ਨਾਲ ਖਾਣੇ ਦੀ ਥਾਲੀ ਰੱਖੋ। ਸੈਲਡ ਪਹਿਲਾਂ ਖਾਣਾ ਹੈ, ਖਾਣੇ ਦੇ ਨਾਲ ਨਹੀਂ ਖਾਣਾ। ਸੈਲਡ ਜੋ ਤੁਸੀਂ ਪਹਿਲਾਂ ਖਾਂਦੇ ਹੈਗੇ ਹੋ, ਠੀਕ ਹੈ, ਨਾਲ ਹੀ ਚਾਹੇ ਆਪਣੀ ਰੋਟੀ ਖਾ ਲਓ, ਜ਼ਰੂਰੀ ਨਹੀਂ ਵਿੱਚ ਤੁਸੀਂ 5-10 ਮਿੰਟ ਦਾ ਗੈਪ ਪਾਣਾ ਹੈ। ਬਾਕੀ ਐਜ਼ ਯਰ
ਰੂਟੀਨ ਜਾਂ ਜਿੱਦਾਂ ਵੀ ਤੁਸੀਂ ਉਹਨੂੰ ਕਰਦੇ ਹੋ। ਫਿਰ ਉਹਦੇ ਵਿੱਚ ਆ ਜਾਂਦਾ ਈਵਨਿੰਗ 'ਚ ਐਡੀਸ਼ਨਲ ਭੁੱਖ ਲੱਗਦੀ ਆ ਤਾਂ ਬੇਕਰੀ ਪ੍ਰੋਡਕਟਸ ਬਿਲਕੁਲ ਨਾ ਖਾਓ, ਨਮਕੀਨਾਂ ਜਾਂ ਫਿਰ ਆਹ ਆ ਜਾਂਦੇ ਆ ਪੈਕੇਜ ਫੂਡ ਆ ਜਾਂਦੇ ਜਿਨ੍ਹਾਂ 'ਚ ਲੇਜ਼, ਕੁਰਕੁਰੇ ਇੱਦਾਂ ਦੀਆਂ ਚੀਜ਼ਾਂ ਆਪਾਂ ਲੈ ਲੈਂਦੇ ਆ, ਬੱਚਿਆਂ ਨੂੰ ਆਪਾਂ ਇਹ ਚੀਜ਼ਾਂ ਲੈ ਕੇ ਦਿੰਦੇ ਆ। ਇਹ ਚੀਜ਼ਾਂ ਜਿਹੜੀਆਂ ਬਿਲਕੁਲ ਵੀ ਅਸੀਂ ਅੱਜ ਕਹਿ ਦਿੰਦੇ ਚੱਲ ਕੋਈ ਨਹੀਂ ਇੱਕ ਪੈਕੇਟ ਖਾ ਲਿਆ ਜਾਂ ਇੱਕ ਦੋ ਦਿਨ ਨਾਲ ਕੀ ਫਰਕ ਪੈਂਦਾ, ਲੇਕਿਨ ਇਹੀ ਇੱਕ ਦੋ ਦਿਨ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਸਭ ਤੋਂ ਪਹਿਲਾਂ ਤਾਂ ਇਹਨੂੰ ਮੈਂਟਲੀ ਫਰਕ ਪੈਂਦਾ। ਮੈਂਟਲੀ ਕੀ ਫਰਕ ਪੈਂਦਾ ਆ ਕਿ ਬੱਚੇ ਨੂੰ ਇਹਦਾ ਟੇਸਟ ਲੱਗ ਜਾਂਦਾ, ਉਹ ਇੱਕ ਦਿਨ ਦਓਗੇ ਉਹਨੇ ਅਗਲੇ ਦਿਨ ਫੇਰ ਜ਼ਿੱਦ ਕਰਨੀ, ਤੁਸੀਂ ਫੇਰ ਲੈ ਕੇ ਦੋਗੇ ਉਹਨੇ ਅਗਲੇ ਦਿਨ ਫੇਰ ਜ਼ਿੱਦ ਕਰਨੀ। ਠੀਕ ਹੈ, ਇਹ ਜਿਹੜਾ ਹੈ ਰੈਗੂਲਰ ਚੱਲਦਾ ਆ, ਸਦੀਆਂ ਤੋਂ ਚੱਲਦਾ ਆ ਰਿਹਾ ਔਰ ਚੱਲੀ ਜਾ ਰਿਹਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਕਿੱਦਾਂ ਮੇਨਟੇਨ ਕਰਨਾ ਆ ਇਹ ਪੇਰੈਂਟਸ ਦੇ ਹੱਥ ਦੇ ਵਿੱਚ ਹੈਗਾ ਆ, ਤਾਂ ਕਿ ਬੱਚੇ ਜਿਹੜੇ ਆ ਜ਼ਿਆਦਾ ਬਿਮਾਰ ਨਾ ਪੈਣ ਬਾਰ-ਬਾਰ। ਹੁਣ ਦੁਬਾਰਾ ਤੋਂ ਫੇਰ ਜਿਹੜੀਆਂ ਇਨਫੈਕਸ਼ਨਸ ਆ ਰਹੀਆਂ ਹੈਗੀਆਂ ਆ, ਮੌਸਮ ਬਦਲ ਰਿਹਾ ਹੈਗਾ ਆ, ਘਬਰਾਉਣ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਇੱਕ ਹੈਲਦੀ ਲਾਈਫ ਸਟਾਈਲ ਦੇ ਵਿੱਚ ਚੱਲ ਰਹੇ ਹੈਗੇ ਹੋ, ਹਰਬਲ ਟੀ ਪੀ ਰਹੇ ਹੋ, ਫਰੂਟਸ ਖਾ ਰਹੇ ਹੋ, ਸੈਲਡ, ਇਹ ਸਾਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਆ, ਤਾਂ ਕੋਈ ਇਨਫੈਕਸ਼ਨ ਕੋਈ ਵਾਇਰਸ ਜਿਹੜਾ ਆ ਉਹ ਤੁਹਾਨੂੰ ਜਿਹੜਾ ਯਾਰ ਕੋਈ ਵੀ ਇਫੈਕਟ ਨਹੀਂ ਕਰੂਗਾ। ਠੀਕ ਹੈ, ਉਸ ਤੋਂ ਬਾਅਦ ਐਡੀਸ਼ਨਲ ਦੇ ਵਿੱਚ ਤੁਸੀਂ ਮਿਲਟਸ ਦੀਆਂ ਕੁਕੀਜ਼ ਅਵੇਲੇਬਲ ਆ ਉਹ ਖਾ ਸਕਦੇ ਹੋ। ਠੀਕ ਹੈ, ਫਿਰ ਤੁਸੀਂ ਸਪਰਾਊਟਸ ਖਾ ਸਕਦੇ ਹੋ, ਨਟਸ ਖਾ ਸਕਦੇ ਹੋ, ਸੀਡਸ ਖਾ ਸਕਦੇ ਹੋ। ਡਿਨਰ ਜਿਹੜਾ ਆ 8 ਵਜੇ ਤੋਂ ਪਹਿਲਾਂ ਕਰਨ ਦੀ ਸਲਾਹ ਦਿੱਤੀ ਜਾਂਦੀ ਆ ਹਮੇਸ਼ਾ, ਕਿਉਂਕਿ ਅਗਰ 8 ਵਜੇ ਤੋਂ ਬਾਅਦ ਕਰੋਗੇ ਤਾਂ ਤੁਸੀਂ ਖਾਣਾ ਖਾ ਕੇ ਨਾਲ ਹੀ ਸੋ ਜਾਓਗੇ, ਉਹਦਾ ਕੋਈ ਫਾਇਦਾ ਨਹੀਂ। 8 ਵਜੇ ਤੋਂ ਪਹਿਲਾਂ ਖਾਣਾ ਖਾਓ, ਉਸ ਤੋਂ ਬਾਅਦ ਥੋੜੀ ਦੇਰ ਸੈਰ ਕਰੋ, ਵਾਕ ਕਰੋ, 15 ਤੋਂ 20 ਮਿੰਟ, ਅੱਧਾ ਘੰਟਾ, ਘੰਟਾ, ਜਿੰਨਾ ਵੀ ਤੁਹਾਡੀ ਬਾਡੀ ਦੀ ਕਪੈਸਿਟੀ ਹੈਗੀ ਆ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆ ਸੋਨਾ ਹੈਗਾ ਆ, ਔਰ ਮਾਰਨਿੰਗ ਉੱਠ ਕੇ ਫਿਰ ਆਪਣੀ ਇਹੀ ਰੂਟੀਨ। ਜਿਹੜੇ ਆਪਣਾ ਵਰਕ ਕਰਦੇ ਹੈਗੇ, ਆਊਟਸਾਈਡ ਜਾਂਦੇ ਹੈਗੇ ਆ, ਉਹਨਾਂ ਨੂੰ ਵੀ ਮੈਂ ਇਹੀ ਸਲਾਹ ਦਊਂਗੀ ਕਿ ਆਪਣੀਆਂ ਜਿਹੜੀਆਂ ਇਹ ਜਿੰਨੀ ਵੀ ਰੂਟੀਨ ਮੈਂ ਦੱਸੀ ਹੈਗੀ ਆ, ਇਹਨਾਂ ਨੂੰ ਆਪਣੇ ਨਾਲ ਤੁਸੀਂ ਟਿਫਿਨ ਪੈਕ ਕਰਕੇ ਲੈ ਕੇ ਜਾ ਸਕਦੇ ਆ। ਲੇਕਿਨ ਇਹ ਚੀਜ਼ਾਂ ਆ ਕਿ ਬਾਹਰੋਂ ਨਾ ਖਾਓ ਤਾਂ ਸਭ ਤੋਂ ਬੈਸਟ ਰਹੂਗਾ। ਤੇ ਨੈਚੁਰੋਪੈਥੀ ਦਾ ਜਿਹੜਾ ਅੱਜ ਦਾ ਸੈਸ਼ਨ ਸੀਗਾ ਉਹ ਇਸੀ ਤੇ ਬੇਸ ਤੇ ਸੀਗਾ ਕਿ ਬਹੁਤ ਸਾਰੇ ਕੁਐਸਚਨਸ ਮੇਰੇ ਕੋਲ ਰੈਗੂਲਰ ਆਉਂਦੇ ਰਹਿੰਦੇ ਹੈਗੇ ਆ ਕਿ ਇਹਨੂੰ ਆਪਾਂ ਕਿਵੇਂ ਡਾਈਟ ਨੂੰ ਸ਼ਡਿਊਲ ਕਰੀਏ, ਜਾਂ ਅਸੀਂ ਆਫਿਸ ਜਾਂਦੇ ਆ, ਜਾਂ ਅਸੀਂ ਕਾਲਜ ਜਾਂਦੇ ਆ, ਜਾਂ ਅਸੀਂ ਉੱਥੇ ਅਸੀਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਘਰ ਹੋਈਏ ਤਾਂ ਇਹ ਚੀਜ਼ ਬਣਾ ਸਕਦੇ ਹਾਂ, ਉਹ ਚੀਜ਼ ਖਾ ਸਕਦੇ ਹਾਂ, ਲੇਕਿਨ ਜਦੋਂ ਅਸੀਂ ਬਾਹਰ ਜਾਂਦੇ ਆ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ। ਫਰੂਟ ਕੈਰੀ ਕਰ ਸਕਦੇ ਆ, ਸੈਲਡ ਕੈਰੀ ਕਰ ਸਕਦੇ ਆ, ਮਿਲਟਸ ਨੂੰ ਕੈਰੀ ਕਰ ਸਕਦੇ ਆ, ਕੋਈ ਵੀ ਚੀਜ਼ ਉਹਦੀ ਵਧੀਆ, ਤੁਸੀਂ ਖਿਚੜੀ ਬਣਾਉਂਦੇ, ਪੁਲਾਓ ਬਣਾਉਂਦੇ ਆ, ਮਿਲਟ ਜਿਹੜਾ ਆ ਉਹ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਉਹਦੀ ਰੋਟੀ ਵੀ ਬਣਾਉਂਦੇ ਆ ਤਾਂ ਐਜ਼ ਇਟ ਇਜ਼ ਸੌਫਟ ਹੀ ਰਹਿੰਦੀ ਹੈਗੀ ਆ। ਦੇਸੀ ਘਿਓ ਜ਼ਰੂਰ ਖਾਓ, ਦੇਸੀ ਘਿਓ ਤੁਹਾਡੀ ਬਾਡੀ ਵਾਸਤੇ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਆ। ਦੇਸੀ ਘਿਓ ਜਿਹੜਾ ਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਬੱਚਿਆਂ ਲਈ ਵੀ, ਵੱਡਿਆਂ ਲਈ ਵੀ, ਔਰ ਬਜ਼ੁਰਗਾਂ ਲਈ ਵੀ। ਔਰ ਇਹ ਬਹੁਤ ਵੱਡੀ ਸਟੱਡੀ ਔਰ ਸਰਚ ਦੇ ਮੁਤਾਬਿਕ ਦੱਸਿਆ ਗਿਆ ਆ ਕਿ ਕੋਲੇਸਟ੍ਰੋਲ ਔਰ ਯੂਰਿਕ ਐਸਿਡ ਵਾਲੇ ਲੈਵਲਸ ਜਿਹੜੇ ਆ ਦੇਸੀ ਘਿਓ ਨਾਲ ਕਦੀ ਵੀ ਨਹੀਂ ਵੱਧਦੇ। ਸੋ ਇਹ ਜਿਹੜੀ ਤੁਹਾਡੀ ਮਿਥਸ ਹੈਗੇ ਆ, ਜਾਂ ਕਹਿ ਲਓ ਪਿਛਲੀਆਂ ਕੋਈ ਗੱਲਾਂ ਸੁਣੀਆਂ ਸੁਣਾਈਆਂ, ਇਹਨਾਂ ਚੀਜ਼ਾਂ ਨੂੰ ਬਿਲਕੁਲ ਵਿਸ਼ਵਾਸ ਨਾ ਕਰੋ। ਦੇਸੀ ਘਿਓ ਦੇ ਦਿਨ ਦੇ 3 ਤੋਂ 4 ਚਮਚ ਵੱਡੇ, ਔਰ ਬੱਚਿਆਂ ਨੂੰ 1 ਤੋਂ 2 ਚਮਚ ਜਿਹੜੇ ਰੈਗੂਲਰ ਜ਼ਰੂਰ ਦਿਓ, ਕਿਉਂਕਿ ਬਾਡੀ ਨਾਲ ਸਭ ਤੋਂ ਜ਼ਿਆਦਾ ਡਿਸੀਜ਼ਜ਼ ਨਾਲ ਲੜਨ ਦੀ ਸ਼ਮਤਾ ਜਿਹੜੀ ਹੈਗੀ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਆ, ਨੈਚੁਰਲ ਪਿਓਰ ਆਰਗੈਨਿਕ ਚੀਜ਼ਾਂ 'ਚ। ਠੀਕ ਹੈ, ਔਰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ। ਨੈਚੁਰੋਪੈਥੀ ਕੀ ਹੈਗਾ ਆ, ਕੁਦਰਤ ਨੂੰ ਤੁਸੀਂ ਆਪਣੇ ਜਿਹੜੇ ਅੰਦਰ ਜਗ੍ਹਾ ਦਓਗੇ ਤਾਂ ਕੁਦਰਤ ਜਿਹੜੀ ਹੈਗੀ ਰਿਟਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਵਾਪਿਸ ਕਰਦੀ ਆ, ਤੁਹਾਡੀ ਹੈਲਥ ਦਿੰਦੀ ਆ। ਠੀਕ ਹੈ, ਤੁਹਾਨੂੰ ਜਿਹੜੀ ਆ ਪੋਜ਼ਿਟਿਵਿਟੀ ਦਿੰਦੀ ਆ, ਔਰ 100% ਤੁਸੀਂ ਬਿਮਾਰ ਨਹੀਂ ਹੋ ਸਕਦੇ ਅਗਰ ਤੁਸੀਂ ਨੇਚਰ ਨੂੰ ਆਪਣੇ ਨਾਲ ਲੈ ਕੇ ਚੱਲਦੇ ਆ। ਨੇਚਰ ਦਾ ਇੱਕ ਰੂਲ ਆ, ਪਰ ਉਹ ਬਹੁਤ ਹੀ ਸਟ੍ਰਿਕਟ ਰੂਲ ਆ ਜਿਹੜਾ ਕਿ ਤੁਹਾਨੂੰ ਅਪਣਾਉਣਾ ਚਾਹੀਦਾ ਆ। ਰੂਲ ਔਰ ਰੈਗੂਲੇਸ਼ਨ ਹਰ ਚੀਜ਼ ਦੇ ਆ, ਲੇਕਿਨ ਨੇਚਰ ਦਾ ਇੱਕੋ ਹੀ ਰੂਲ ਹੈ ਔਰ ਬਹੁਤ ਜ਼ਿਆਦਾ ਸਟ੍ਰਿਕਟ ਹੈ। ਜਿਹਨੇ ਅਪਣਾ ਲਿਆ ਉਹ 100% ਇਸ ਚੀਜ਼ ਨੂੰ ਜਿਹੜਾ ਆ ਕਿਉਰ ਕਰ ਸਕਦਾ, ਆਪਣੀਆਂ ਪ੍ਰੋਬਲਮਸ ਨੂੰ, ਨੈਗੇਟਿਵਿਟੀ ਨੂੰ ਦੂਰ ਕਰ ਸਕਦਾ। ਜਿਹਨੇ ਨਹੀਂ ਅਪਣਾਇਆ ਉਹ ਤਾਂ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ, ਫਿਰ ਆਪਣੀ ਜਿਹੜੇ ਮਨਮਾਨੀ ਕਰਦਾ ਆ ਜਾਂ ਫਿਰ ਆਪਾਂ ਉਹਦੇ ਰੂਲਸ ਨੂੰ ਨਹੀਂ ਫੋਲੋ ਕਰਦੇ ਤਾਂ ਫਿਰ ਦਿੱਕਤ ਕੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਔਰ ਇਨਫੈਕਸ਼ਨਸ ਆ ਸਾਨੂੰ ਹੁੰਦੀਆਂ ਹੈਗੀਆਂ। ਨੇਚਰ ਦਾ ਰੂਲ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੈਗਾ, ਸਿਰਫ ਉਹ ਇਹ ਚਾਹੁੰਦੀ ਹੈਗੀ ਆ ਕਿ ਕਿਸੇ ਚੀਜ਼ ਦੇ ਵਿੱਚ ਗੈਪ ਨਾ ਪਵੇ। ਤੁਸੀਂ ਫਰੂਟ ਖਾਂਦੇ ਹੋ, ਰੈਗੂਲਰ ਫਰੂਟ ਖਾਓ,
ਤੁਸੀਂ ਸੈਲਡ ਖਾਂਦੇ ਹੋ, ਰੈਗੂਲਰ ਸੈਲਡ ਖਾਓ। ਤੁਸੀਂ ਕੋਈ ਹਰਬਸ ਦਾ ਐਕਸਟ੍ਰੈਕਟ ਪੀ ਰਹੇ ਹੋ, ਰੈਗੂਲਰ ਹਰਬਸ ਦੇ ਐਕਸਟ੍ਰੈਕਟ ਲਓ। ਲੇਕਿਨ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਦਿਨ ਖਾ ਲਿਆ ਤੇ 4 ਦਿਨ ਤੁਸੀਂ ਖਾਧਾ ਨਹੀਂ। ਇਹ ਜਿਹੜਾ ਆ ਉਹ ਟੋਟਲੀ ਜਿਹੜੀ ਨੇਚਰ ਆ ਉਹ ਤੁਹਾਡੀ ਬੋਡੀ ਨੂੰ ਨਿਗਲੈਕਟ ਕਰਦੀ ਆ। ਉਹ ਫਿਰ ਜਿਹੜੀ ਆ ਉਹਦਾ ਨਿਸ਼ਕਰਸ਼ ਕੀ ਨਿਕਲਦਾ ਆ ਜਾਂ ਕਨਕਲੂਜਨ ਕੀ ਨਿਕਲਦਾ, ਇਹੀ ਨਿਕਲਦਾ ਆ ਕਿ ਤੁਹਾਡੇ ਹੱਥ ਦੇ ਵਿੱਚ ਢੇਰ ਸਾਰੀ ਦਵਾਈਆਂ ਦੀ ਪੋਟਲੀ ਆ ਜਾਂਦੀ ਆ। ਠੀਕ ਹੈ, ਔਰ ਅਗਰ ਤੁਸੀਂ ਦਵਾਈਆਂ ਮੁਕਤ, ਬਿਮਾਰੀ ਮੁਕਤ ਹੋਣਾ ਚਾਹੁੰਦੇ ਆ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਕਿਉਰ ਕਰਨ ਵਾਸਤੇ ਤੁਹਾਨੂੰ ਜਿਹੜੀਆਂ ਮੈਂ ਤਾਂ ਸਿਰਫ ਸਲਾਹ ਦੇ ਸਕਦੀ ਹਾਂ, ਤੁਹਾਨੂੰ ਪ੍ਰੋਪਰ ਸਮਝਾ ਸਕਦੀ ਹਾਂ। ਤੁਸੀਂ ਉਸ ਚੀਜ਼ ਨੂੰ ਕਿੱਦਾਂ ਕਵਰ ਅਪ ਕਰਨਾ, ਕਿੱਦਾਂ ਰਿਕਵਰੀ ਕਰਨੀ ਹੈਗੀ ਆ, ਇਹ ਤੁਹਾਡੇ ਆਪਣੇ ਉੱਤੇ ਡਿਪੈਂਡ ਆ। ਬਹੁਤ ਸਾਰੀਆਂ ਤੁਹਾਨੂੰ ਮੈਂ ਇੰਸਪਾਇਰੇਸ਼ਨ ਜਾਂ ਮੋਟੀਵੇਸ਼ਨਲ ਪੁਆਇੰਟਸ ਦਿੱਤੇ ਹੈਗੇ ਆ, ਜਿਨ੍ਹਾਂ ਨੂੰ ਇਹ ਚੀਜ਼ਾਂ ਯੂਜ਼ ਕਰੋਗੇ ਤੁਸੀਂ। ਦੇਖੋ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈਗੀ ਆ ਸਾਨੂੰ, ਇੱਕ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਮੈਂ ਸ਼ੇਅਰ ਕਰ ਰਹੀ ਹਾਂ ਕਿ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਹੈਗਾ ਆ, ਇੱਕ ਤਾਂ ਚਾਹ, ਦੂਜੀ ਸਟ੍ਰੈਸ। ਸਟ੍ਰੈਸ ਦੇ ਵਿੱਚ ਮੈਂ ਆਲਰੇਡੀ ਦੱਸ ਚੁੱਕੀ ਆ ਤੁਹਾਨੂੰ, ਚਾਹ ਦੇ ਵਿੱਚ ਆਲਰੇਡੀ ਦੱਸ ਚੁੱਕੀ ਆ ਕਿ ਚਾਹ ਦੀ ਜਗ੍ਹਾ ਤੇ ਕੀ ਚੀਜ਼ਾਂ ਰਿਪਲੇਸ ਕਰਨੀਆਂ। ਮੂੰਹ ਦੇ ਸਵਾਦ ਨੂੰ ਪਤਾ ਆ ਚਾਹ ਆ, ਬੋਡੀ ਨੂੰ ਨਹੀਂ ਪਤਾ। ਇਸ ਕਰਕੇ ਤੁਸੀਂ ਉਹਨੂੰ ਇੱਕ ਹਰਬਲ ਟੀ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰੋ। ਗੁੜ ਸ਼ੱਕਰ ਯੂਜ਼ ਕਰ ਲਓ, ਨਿੰਬੂ ਯੂਜ਼ ਕਰ ਲਓ ਫॉर ਅ ਬੈਟਰ ਟੇਸਟ। ਠੀਕ ਹੈ, ਔਰ ਜਿਹੜਾ ਸਟ੍ਰੈਸ ਆ, ਸਟ੍ਰੈਸ ਦੇਖੋ ਸਟ੍ਰੈਸ ਲੈ ਕੇ ਵੀ ਸੋਲਿਊਸ਼ਨ ਕੱਢਣਾ ਆ, ਔਰ ਬਿਨਾਂ ਸਟ੍ਰੈਸ ਥੋੜੀ ਜਿਹੀ ਸਾਈਡ ਤੇ ਰੱਖ ਕੇ ਇੱਕ ਸਮਾਈਲ ਫੇਸ ਦੇ ਨਾਲ, ਇੱਕ ਪੋਜ਼ਿਟਿਵਿਟੀ ਦੇ ਨਾਲ ਇਹ ਵੀ ਆਪਾਂ ਜਿਹੜਾ ਸੋਲਿਊਸ਼ਨ ਕੱਢਣਾ ਆ। ਦੋਨਾਂ 'ਚ ਫਰਕ ਸਿਰਫ ਇੰਨਾ ਕੁ ਆਉਂਦਾ ਹੈਗਾ ਆ ਕਿ ਸਟ੍ਰੈਸ ਲੈਣ ਦੇ ਨਾਲ ਅਸੀਂ ਆਪਣੀ ਬੋਡੀ ਨੂੰ ਖਰਾਬ ਕਰਦੇ ਆ, ਔਰ ਜੇ ਥੋੜੀ ਸਟ੍ਰੈਸ ਆਪਾਂ ਸਾਈਡ ਤੇ ਰੱਖ ਕੇ ਕਿ ਠੀਕ ਹੈ ਚੀਜ਼ਾਂ ਪੋਸੀਬਲ ਨਹੀਂ ਹੋ ਪਾ ਰਹੀਆਂ ਲੇਕਿਨ ਆਪਾਂ ਇਹ ਪੋਸੀਬਲ ਕਰਨੀਆਂ ਆ, ਤੇ ਉਹ ਕਿੱਦਾਂ ਕਰ ਸਕਦੇ ਆ? ਉਹਨਾਂ ਦੀ ਪਲੈਨਿੰਗਸ ਕਰਕੇ, ਸਲਾਹ ਲੈ ਕੇ, ਆਪਣੇ ਜੋ ਵੀ ਤੁਹਾਡਾ ਫਰੈਂਡ ਸਰਕਲ ਆ, ਤੁਹਾਡੀ ਫੈਮਿਲੀ ਆ, ਉਹਨਾਂ ਨਾਲ ਡਿਸਕਸ ਕਰਕੇ ਤੁਸੀਂ ਬਹੁਤ ਸਾਰੇ ਸੋਲਿਊਸ਼ਨਸ ਜਿਹੜੇ ਕੱਢ ਸਕਦੇ ਹੋ ਬਿਨਾਂ ਸਟ੍ਰੈਸ ਤੋਂ। ਔਰ ਇਹ ਬਹੁਤ ਵੱਡਾ ਤੁਹਾਡਾ ਇੱਕ ਅਚੀਵਮੈਂਟ ਹੋਊਗੀ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਅਪਣਾਉਂਦੇ ਹੋ। ਠੀਕ ਹੈ, ਤੇ ਬਹੁਤ ਜ਼ਿਆਦਾ ਤੁਹਾਡਾ ਮਤਲਬ ਕਿ ਸ਼ੁਕਰੀਆ ਹੈਗਾ ਹੈ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਅੱਜ ਵੀ ਨੈਚੁਰੋਪੈਥੀ ਦੇ ਅਸੂਲ, ਰੂਲ, ਰੈਗੂਲੇਸ਼ਨਸ ਬੰਦ ਹੋ ਗਿਆ ਸੀ, ਸੌਰੀ। ਸੋ ਜਿਹੜੇ ਰੂਲਸ ਔਰ ਰੈਗੂਲੇਸ਼ਨਸ ਆ ਇਹਨਾਂ ਨੂੰ ਫੋਲੋ ਕਰੋ ਪ੍ਰੋਪਰ, ਔਰ ਆਪਾਂ ਫਿਰ ਜ਼ਰੂਰ ਨੈਕਸਟ ਸੈਸ਼ਨ ਰੱਖਾਂਗੇ ਜਿਨ੍ਹਾਂ ਦੇ ਵਿੱਚ ਨੈਚੁਰੋਪੈਥੀ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਹੈਗੀਆਂ ਔਰ ਉਹਨਾਂ ਨੂੰ ਆਪਾਂ ਕਿਵੇਂ ਰੈਗੂਲਰਾਈਜ਼ ਕਰ ਸਕਦੇ ਹੈਗੇ ਆ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਡਿਸਕਸ ਕਰਾਂਗੇ। ਤੇ ਬਹੁਤ ਸਾਰੇ ਕੁਐਸਚਨ ਸੀਗੇ ਮੈਨੂੰ ਇਹਨਾਂ ਨਾਲ ਰਿਗਾਰਡਿੰਗ ਕਿ ਡਾਈਟ ਕਿਵੇਂ ਪਲਾਨ ਕੀਤੀ ਜਾਵੇ, ਜਾਂ ਨੈਚੁਰੋਪੈਥੀ ਕੀ ਹੈਗਾ ਆ, ਜਾਂ ਇਹਨੂੰ ਆਪਾਂ ਕਿਹੜੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਸਾਨੂੰ ਪ੍ਰੋਪਰ ਨਹੀਂ ਸੈਟਅਪ ਪ੍ਰੋਪਰ ਉਹਨਾਂ ਦਾ ਬਣਦਾ ਹੈਗਾ, ਜਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਪ੍ਰੋਬਲਮਸ ਹੈਗੀਆਂ ਕਿੱਥੇ ਆ। ਬਹੁਤ ਸਾਰੀਆਂ ਚੀਜ਼ਾਂ ਵੀ ਨੈਚੁਰਲ ਪਿਓਰ ਆਪਾਂ ਖਾ ਰਹੇ ਹੈਗੇ, ਫਿਰ ਵੀ ਪ੍ਰੋਬਲਮਸ ਜਿਹੜੀਆਂ ਨਹੀਂ ਕਿਉਰ ਹੋ ਰਹੀਆਂ। ਤੁਹਾਨੂੰ ਸਭ ਤੋਂ ਵੱਡੀ ਚੀਜ਼ ਮੈਂ ਦੱਸ ਦਿੱਤੀ, ਤੁਹਾਡਾ ਮਾਈਂਡ ਸੈਟ, ਤੁਹਾਡਾ ਦਿਮਾਗ, ਤੁਹਾਡਾ ਵਿਸ਼ਵਾਸ, ਤੁਹਾਡਾ ਫੇਥ। ਜਦੋਂ ਤੁਸੀਂ ਰੱਬ ਤੇ ਭਰੋਸਾ ਕਰਦੇ ਹੋ ਉਹ ਵੀ ਆਪਣੇ ਦਿਮਾਗ ਨਾਲ ਹੀ ਕਰਦੇ ਹੋ। ਠੀਕ ਹੈ, ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਕਿ ਮੈਂ ਰੱਬ ਨੂੰ ਇਹ ਸਭ ਕਹੂੰਗਾ ਜਾਂ ਕਹੂੰਗੀ ਤਾਂ ਉਹ ਜਿਹੜਾ ਆ ਇਸ ਚੀਜ਼ ਨੂੰ ਜ਼ਰੂਰ ਪੂਰਾ ਕਰੂਗਾ। ਉਹ ਕੀ ਹੈ, ਇੱਦਾਂ ਦਾ ਹੀ ਵਿਸ਼ਵਾਸ ਜਿਹੜਾ ਆਪਣੀ ਬੋਡੀ ਤੇ ਰੱਖੋ ਕਿ ਅਗਰ ਮੈਂ ਇਹਨੂੰ ਕਹੂੰਗੀ ਦੈਟ ਆਲ ਇਜ਼ ਵੈਲ, ਜਾਂ ਮੈਨੂੰ ਕਹੂੰਗਾ ਕਿ ਦੈਟ ਮਾਈ ਬੋਡੀ ਇਜ਼ ਪਰਫੈਕਟ, ਤਾਂ ਬੋਡੀ ਸਾਡਾ ਜਿਹੜਾ ਹੈ ਉਹ ਜ਼ਰੂਰ ਕਹਿਣਾ ਮੰਨੂਗੀ। ਸਿਰਫ ਉਹਦੀ ਇੱਕੋ ਹੀ ਸ਼ਰਤ ਹੈ ਕਿ ਇਹਨੂੰ ਫੂਡ ਜਿਹੜਾ ਹੈਲਦੀ ਦਿਓ, ਗੁੱਡ ਔਰ ਪਿਓਰ ਨੈਚੁਰਲ ਦਿਓ। ਠੀਕ ਹੈ, ਬਾਹਰ ਦੀਆਂ ਪੈਕੇਜ ਪ੍ਰੋਸੈਸ ਫੂਡ ਬਿਲਕੁਲ ਨਾ ਖਾਓ, ਬੇਕਰੀ ਪ੍ਰੋਡਕਟਸ, ਦੁੱਧ, ਡੇਰੀ ਪ੍ਰੋਡਕਟਸ, ਇਹ ਚੀਜ਼ ਬਿਲਕੁਲ ਅਵੋਇਡ ਕਰੋ। ਤਾਂ ਅਗਰ ਆਪਣੀ ਬੋਡੀ ਨੂੰ ਫਿਰ ਤੁਸੀਂ ਕਹੋਗੇ ਕਿ ਹਾਂ ਤੂੰ ਬਿਲਕੁਲ ਠੀਕ ਆ, ਮੈਨੂੰ ਭਰੋਸਾ ਹੈ ਕਿ ਤੈਨੂੰ ਕੁਛ ਨਹੀਂ ਹੋ ਸਕਦਾ। ਤੇ ਇਹ ਬਹੁਤ ਹੀ ਛੋਟੇ ਪੁਆਇੰਟਸ ਆ, ਔਰ ਇਹਨਾਂ ਤੇ ਸ਼ਾਇਦ ਤੁਹਾਨੂੰ ਸੁਣ ਕੇ ਥੋੜਾ ਹਾਸਾ ਵੀ ਆ ਸਕਦਾ ਹੈ ਕਿ ਠੀਕ ਹੈ ਕਿ ਮਤਲਬ ਇੱਕ ਡਾਈਟੀਸ਼ੀਅਨ ਜਾਂ ਡਾਕਟਰ ਹੋਣ ਦੇ ਨਾਤੇ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਇੱਦਾਂ ਦੀਆਂ ਡਿਸਕਸ ਕੀਤੀਆਂ, ਬਟ ਉਹ ਸਿਰਫ ਇਸ ਕਰਕੇ ਕੀਤੀਆਂ ਕਿਉਂਕਿ ਆਪਾਂ ਸਾਰੇ ਇੱਕ ਬਹੁਤ ਹੀ ਸਿੰਪਲ ਲਾਈਫ ਦੇ ਵਿੱਚ ਹੈਗੇ ਆ। ਡਾਕਟਰਸ ਦੇ ਬਹੁਤ ਵੱਡੇ ਟੈਕਨੀਕਲ ਵਰਡ ਸੁਣ ਕੇ ਤੁਹਾਡੇ ਜਿਹੜੇ ਉਹ ਸਿਰ ਦੇ ਉੱਤੇ ਹੀ ਨਿਕਲ ਜਾਂਦੇ। ਅਗਰ ਮੈਂ ਤੁਹਾਨੂੰ ਟੈਕਨੀਕਲ ਲੈਂਗੁਏਜ ਦੇ ਵਿੱਚ ਗੱਲ ਕਰਾਂ
ਤੁਸੀਂ ਇਸ ਚੀਜ਼ ਨੂੰ ਸੁਣਨਾ ਬਿਲਕੁਲ ਪਸੰਦ ਨਹੀਂ ਕਰੋਗੇ, ਉਹ ਇਸ ਕਰਕੇ ਕਿਉਂਕਿ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਆ। ਜਿਸ ਚੀਜ਼ ਬਾਰੇ ਤੁਹਾਨੂੰ ਨੌਲੇਜ ਆ, ਅਗਰ ਆਪਾਂ ਉਹਨਾਂ ਚੀਜ਼ਾਂ ਤੇ ਗੱਲ ਕਰੀਏ, ਦੇਖੋ ਜਿਹੜਾ ਸਿਟਰਸ ਫਰੂਟ ਆ ਉਹ ਸਾਨੂੰ ਪਤਾ ਹੈ ਕਿ ਥੋੜਾ ਜਿਵੇਂ ਖੱਟਾ ਮਿੱਠਾ ਜਾਂ ਵਿਟਾਮਿਨ ਸੀ ਹੁੰਦਾ ਉਹਦੇ ਵਿੱਚ, ਇਹ ਚੀਜ਼ਾਂ ਤੁਹਾਨੂੰ ਸਮਝ ਆਉਂਦੀਆਂ। ਲੇਕਿਨ ਉਹਦੀ ਜਗ੍ਹਾ ਅਗਰ ਮੈਂ ਉਹਦਾ ਕੋਈ ਤੁਹਾਨੂੰ ਸਾਇੰਟੀਫਿਕ ਨਾਮ ਲੈ ਕੇ ਗੱਲ ਕਰੂੰਗੀ, ਤੁਸੀਂ ਕਹਿਣਾ ਇਹ ਪਤਾ ਨਹੀਂ ਕੀ ਹੈਗਾ, ਜਾਂ ਅਸੀਂ ਪੁੱਛਾਂਗੇ ਠੀਕ ਹੈ, ਜਾਂ ਕੀ ਹੈਗਾ ਸਾਡੀ ਸਮਝ ਨਹੀਂ ਹੈ। ਸੋ ਇਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਇੱਕ ਸਿੰਪਲ ਜਿਹੜਾ ਤੁਹਾਨੂੰ ਲੈਕਚਰ ਅੱਜ ਦੇ ਸੈਸ਼ਨ 'ਚ ਦਿੱਤਾ ਹੈਗਾ, ਬਹੁਤ ਹੀ ਸਿੰਪਲ ਔਰ ਜਨਰਲ ਗੱਲਾਂ ਕੀਤੀਆਂ ਹੈਗੀਆਂ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਪਤਾ ਲੱਗ ਸਕੇ ਕੀ ਹੈਗਾ ਆ, ਔਰ ਕਿਵੇਂ ਆਪਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਸਕਦੇ ਆ ਜਾਂ ਅਪਲਾਈ ਕਰ ਸਕਦੇ ਆ। ਜਿੰਨੀ ਜਲਦੀ ਅਪਲਾਈ ਕਰੋਗੇ ਉਨੀ ਜਲਦੀ ਜਿਹੜਾ ਹੈਗਾ ਆ ਤੁਸੀਂ ਆਪਣੀ ਪ੍ਰੋਬਲਮਸ ਤੋਂ ਕਿਉਰ ਕਰਨਾ ਸ਼ੁਰੂ ਕਰ ਦੋਗੇ। ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਹੁਣ ਤੱਕ ਜਿੰਨੇ ਕੇਸ ਸੋਲਵ ਕਰ ਚੁੱਕੀ ਆ, ਤੇ ਉਹਨਾਂ ਨੂੰ ਦੁਬਾਰਾ ਕਦੀ ਇਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਈ। ਈਵਨ ਦੈਨ ਦੇ ਆਲ ਆਰ ਹੈਪੀ ਵਿਦ देयर ਲਾਈਫ ਸਟਾਈਲਸ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਣ ਦਾ ਸਬਕ ਮਿਲ ਗਿਆ ਆ, ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਖਾਣੀਆਂ ਆ, ਕਿਹੜੀਆਂ ਅਵੋਇਡ ਕਰਨੀਆਂ ਆ, ਕਿੱਦਾਂ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਔਰ ਪੋਜ਼ਿਟਿਵਿਟੀ ਨਾਲ ਜੀਣਾ ਹੈਗਾ ਆ। ਉਹਨਾਂ ਨੂੰ ਇੰਸਪਾਇਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਤੇ ਇਸ ਕਰਕੇ ਆਪਣਾ ਜਿਹੜਾ ਦਿਮਾਗ ਹੈਗਾ ਆ, ਮਾਈਂਡ ਸੈਟ ਆ, ਸਭ ਤੋਂ ਪਹਿਲਾਂ ਇਹਨੂੰ ਤੁਹਾਨੂੰ ਜਿਹੜਾ એનર્ਜੀ ਦੇਣੀ ਬਹੁਤ ਜ਼ਰੂਰੀ ਆ। ਜਿੱਦਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਰੱਬ ਤੇ ਭਰੋਸਾ ਕੀਤਾ, ਇੱਦਾਂ ਹੀ ਆਪਣੀ ਬਾਡੀ ਤੇ ਭਰੋਸਾ ਕਰੋ। ਰੱਬ ਤੇ ਭਰੋਸਾ ਕਰਦੇ ਆ, ਉਹਦਾ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੈਗੇ ਹੋ, ਪ੍ਰੋਪਰ ਤੁਸੀਂ ਨਾਮ ਲੈਂਦੇ ਹੋ, ਦਿਨ ਦੇ ਵਿੱਚ ਉਹਨਾਂ ਦੀ ਪੂਜਾ ਕਰਦੇ ਹੋ, ਸੇਮ ਇੱਦਾਂ ਹੀ ਆਪਣੀ ਬਾਡੀ ਦੀ ਵੀ ਪੂਜਾ ਕਰੋ। ਪੂਜਾ ਇਨ ਦਾ ਸੈਂਸ ਇਹਨਾਂ ਨੂੰ ਵਧੀਆ ਫੂਡ ਦਿਓ, ਗੁੱਡ ਹੈਲਦੀ ਇਹਨਾਂ ਨੂੰ ਐਕਸਰਸਾਈਜ਼, ਯੋਗਾ, ਇਹ ਚੀਜ਼ਾਂ ਦਿਓ। ਪਰ ਤੁਹਾਡੀ ਬਾਡੀ ਜਿਹੜੀ ਆ ਬਦਲੇ ਦੇ ਵਿੱਚ ਤੁਹਾਨੂੰ 1000, ਮੈਂ 100% ਕਹਿੰਦੀ ਹਾਂ, ਤੇ ਮੈਂ 1000% ਵੀ ਕਹਿੰਦੀ ਹਾਂ ਕਿ ਤੁਸੀਂ ਖੁਦ ਕਹੋਗੇ ਕਿ ਹਾਂ ਵਾਕਈ ਇਹ ਚੀਜ਼ਾਂ ਨੇ ਸਾਨੂੰ ਜਿਹੜਾ ਰਿਜ਼ਲਟ ਦਿੱਤਾ ਹੈਗਾ। ਕੱਲੀ ਫੂਡ ਵੀ ਕੁਛ ਨਹੀਂ ਕਰ ਸਕਦਾ, ਤੇ ਕੱਲਾ ਜਿਹੜੀ ਆ ਗੱਲਾਂ ਵੀ ਕੁਛ ਨਹੀਂ ਕਰ ਸਕਦੀਆਂ। ਇਹਦੇ ਵਿੱਚ ਤੁਸੀਂ ਇਸ ਚੀਜ਼ ਦੇ ਵਿੱਚ ਖੁੱਲ ਕੇ ਆਉਣਾ ਕਿ ਕਿੱਦਾਂ ਆਪਾਂ ਇਸ ਚੀਜ਼ ਨੂੰ ਸਟਾਰਟਅਪ ਕਰਨਾ। ਸਾਰਾ ਕੁਛ ਨਹੀਂ ਸਟਾਰਟ ਕਰ ਸਕਦੇ, ਇੱਕ ਇੱਕ ਚੀਜ਼ ਤੋਂ ਸਟਾਰਟ ਕਰੋ, ਸਲਾਹ ਲਓ ਪ੍ਰੋਪਰ। ਪੈਸੇ ਆਪਾਂ ਹਸਪੀਟਲਾਂ 'ਚ ਜਾ ਕੇ ਵੀ ਖਰਚ ਕਰਦੇ ਆ, ਲੱਖਾਂ ਕਰੋੜਾਂ ਰੁਪਈਆ ਲਾ ਕੇ ਆਪਰੇਸ਼ਨ ਕਰਵਾ ਲੈਂਦੇ ਆ, ਫਿਰ ਉਸ ਤੋਂ ਬਾਅਦ ਫਿਰ ਮੰਜੇ ਨਾਲ ਹੀ ਲੱਗੇ ਹੋਏ ਆ। ਇਹਦਾ ਮਤਲਬ ਇਹ ਹੈਗਾ ਕਿ ਅਗਰ ਕੁਛ ਹਜ਼ਾਰਾਂ ਦੇ ਵਿੱਚ ਆਪਾਂ ਠੀਕ ਹੋ ਸਕਦੇ ਆ, ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਇੱਕ ਕਦਮ ਆਪਣਾ ਅੱਗੇ ਵਧਾਉਣਾ ਚਾਹੀਦਾ ਆ। ਤੇ ਅੱਜ ਦਾ ਜਿਹੜਾ ਨੈਚੁਰੋਪੈਥੀ ਦਾ ਸੈਸ਼ਨ ਸੀ ਆਪਾਂ ਇੱਥੇ ਸਟਾਪ ਕਰਦੇ ਆ, ਤੇ ਨੈਕਸਟ ਬਹੁਤ ਵਧੀਆ ਹੋਰ ਇਹਦੇ ਸੈਸ਼ਨਸ ਦੇ ਨਾਲ ਲੈ ਕੇ ਤੁਹਾਨੂੰ ਜ਼ਰੂਰ ਰੂਬਰੂ ਹੋਊਂਗੀ। ਤੇ ਹੋਰ ਤੁਹਾਡੇ ਕੀ ਕੁਐਸਚਨਸ ਆ ਤੁਸੀਂ ਜ਼ਰੂਰ ਦੱਸਿਆ ਕਰੋ। ਤੇ ਬਾਕੀ ਜਿਹੜਾ ਨੈਚੁਰੋਪੈਥੀ ਦਾ ਜਨਰਲ ਬੇਸਿਕ ਇਹ ਸਭ ਮੈਂ ਸਮਝਾਤਾ ਆ, ਫਿਰ ਵੀ ਕੁਛ ਗਲਤ ਮੇਰੇ ਕੋਲੋਂ ਬੋਲ ਹੋ ਗਿਆ ਹੋਵੇ ਜਾਂ ਫਿਰ ਕੁਛ ਚੀਜ਼ਾਂ ਮਿਸ ਹੋ ਗਈਆਂ ਹੋਣ ਤਾਂ ਤੁਸੀਂ ਜ਼ਰੂਰ ਦੱਸਿਓ। ਤੇ ਅੱਜ ਲਈ ਥੈਂਕ ਯੂ ਵੈਰੀ ਮਚ ਐਂਡ ਸ਼ੁਕਰੀਆ ਤੁਹਾਡਾ, ਅਤੇ ਆਪਾਂ ਫੇਰ ਮਿਲਾਂਗੇ। ਗੁੱਡ ਮਾਰਨਿੰਗ ਟੂ ਆਲ।